ਜਲੰਧਰ ਪ੍ਰੈਸ ਕਲੱਬ ਵਿੱਚ ਮੌਜੂਦ ਸਾਰੇ ਪੱਤਰਕਾਰਾਂ ਦਾ ਸਵਾਗਤ ਹੈ। ਅੱਜ ਦੀ ਵਾਰਤਾ ਥੋੜੀ ਲੇਟ ਹੋ ਗਈ, ਇਹਦੇ ਵਾਸਤੇ ਮਾਫੀ ਚਾਹੁੰਦੇ ਹਾਂ। ਮਸਲਾ ਅੱਜ ਬਹੁਤ ਵੱਡਾ ਹੈ। ਇੱਕ ਦੇਸ਼ ਦੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਿਹਾ ਸੀ ਬਈ ਮੈਂ ਚੌਕੀਦਾਰ ਹਾਂ ਤੇ ਮੈਂ ਦੇਸ਼ ਨਹੀਂ ਵਿਕਣ ਦਾਂਗਾ। 2017 ਦੇ ਪੰਜਾਬ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਕਿਹਾ ਸੀ ਜੇ ਮੈਂ 4 ਹਫ਼ਤੇ ਦੇ ਅੰਦਰ ਨਸ਼ਾ ਖਤਮ ਕਰ ਦਿਆਂਗਾ, ਮੈਂ ਪੰਜਾਬ ਸਰਕਾਰ ਵਿੱਚ ਕਰਪਸ਼ਨ ਨਹੀਂ ਹੋਣ ਦਿਆਂਗਾ। ਪਰ ਅੱਜ ਜਿਸ ਤਰੀਕੇ ਦੇ ਦਸਤਾਵੇਜ਼ ਤੇ ਇੱਕ ਤੋਂ ਬਾਅਦ ਇੱਕ ਨਵੀਂ ਸਬੂਤ ਨਵੇਂ ਸਾਹਮਣੇ ਆ ਰਹੇ ਨੇ, ਉਹਦੇ ਨਾਲ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਰਪਸ਼ਨ ਨੂੰ ਰੋਕਣਾ ਤੇ ਬਹੁਤ ਦੂਰ ਦੀ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਜੀ ਦੇ ਸਾਥੀ ਜੋ ਕਿ ਮੌਜੂਦਾ ਕੈਬਨਿਟ ਮਿਨਿਸਟਰ ਨੇ ਸਰਦਾਰ ਬਲਬੀਰ ਸਿੰਘ ਸਿੱਧੂ ਜੀ, ਉਹਨਾਂ ਦੇ ਸਿੱਧੇ ਤੌਰ ਤੇ ਲੈਂਡ ਮਾਫੀਆ ਦੇ ਨਾਲ ਹੋਣਾ ਤੇ ਵੱਖਰੀ ਗੱਲ ਹੈ, ਆਪ ਹੀ ਲੈਂਡ ਮਾਫੀਆ ਬਣਨ ਦੇ ਸਬੂਤ ਅੱਜ ਅਸੀਂ ਤੁਹਾਡੇ ਸਾਹਮਣੇ ਰੱਖਣ ਲੱਗੇ ਹਾਂ। ਇਹ ਮਸਲਾ ਦਰੜੀ ਪਿੰਡ ਦਾ ਹੈ, ਜਿੱਥੇ 43 ਕਨਾਲ ਤੇ 8 ਮਰਲੇ ਜ਼ਮੀਨ ਕਿਸ ਤਰੀਕੇ ਪੰਚਾਇਤ ਨੂੰ ਉਹਨਾਂ ਤੋਂ ਐਕਸਚੇਂਜ ਕਰਾ ਲਈ ਗਈ, ਦੇ ਬਦਲੇ ਏਅਰਪੋਰਟ 200 ਫੁੱਟ ਤੇ ਲੱਗਦੀ ਰੋਡ ਦੀ ਜ਼ਮੀਨ ਨੂੰ ਲੈ ਕੇ ਤੇ ਗੰਦੇ ਨਾਲੇ ਦੀ ਜੋ ਜ਼ਮੀਨ ਹੈ ਉਹ ਪੰਚਾਇਤ ਵਿੱਚ ਮਤਾ ਪਾਸ ਕਰਾ ਕੇ ਤੇ ਲੈ ਲਈ ਗਈ। ਇਸ ਚੀਜ਼ ਦੀ ਸ਼ਿਕਾਇਤ ਜਦੋਂ ਹਾਈ ਕੋਰਟ ਵਿੱਚ ਉਧਰ ਦੇ ਪਿੰਡ ਵਾਲਿਆਂ ਵੱਲੋਂ ਕੀਤੀ ਗਈ ਤੇ ਹਾਈ ਕੋਰਟ ਦੇ ਆਰਡਰ ਨੇ ਜਿਹਦੇ ਵਿੱਚ ਪੰਚਾਇਤ ਦੇ ਉਸ ਰੈਜ਼ੋਲੂਸ਼ਨ ਨੂੰ ਵੀ ਰੱਦ ਕੀਤਾ ਗਿਆ ਤੇ ਸਾਫ਼ ਤੌਰ ਤੇ ਪੰਜਾਬ ਦੇ ਕੈਬਨਿਟ ਮਿਨਿਸਟਰ ਬਲਬੀਰ ਸਿੰਘ ਸਿੱਧੂ ਦਾ ਨਾਂ ਲਿਖਿਆ ਗਿਆ ਤੇ ਕਿਹਾ ਗਿਆ ਵੀ ਉਹਨਾਂ ਨੇ ਆਪਣੀ ਸ਼ਕਤੀਆਂ ਦਾ, ਆਪਣੀ ਪਾਵਰ ਦੀ ਦੁਰਵਰਤੋਂ ਕੀਤੀ ਹੈ ਤੇ ਇਸ ਜੋ ਐਕਸਚੇਂਜ ਕੀਤੀ ਗਈ ਸੀ ਲੈਂਡ, ਉਸ ਰੈਜ਼ੋਲੂਸ਼ਨ ਨੂੰ ਰੱਦ ਕਰ ਦਿੱਤਾ ਗਿਆ ਤੇ ਸਾਫ਼ ਤੌਰ ਤੇ ਜੋ ਕਰਪਸ਼ਨ ਬਲਬੀਰ ਸਿੰਘ ਸਿੱਧੂ ਜੀ ਦਾ ਲੈਂਡ ਮਾਫੀਆ ਦਾ ਸਾਹਮਣੇ ਆਇਆ ਹੈ। 14 ਤਰੀਕ ਨੂੰ ਪੰਜਾਬ ਵਿੱਚ ਇਲੈਕਸ਼ਨ ਹੈ। ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਦਾ ਜੋ ਭਰੋਸਾ ਹਰ ਵਾਰ ਤੇ ਵਾਰ-ਵਾਰ ਕੈਪਟਨ ਸਰਕਾਰ ਵੱਲੋਂ ਤੋੜਿਆ ਗਿਆ, ਉਹਦਾ ਜਵਾਬ 14 ਫਰਵਰੀ ਨੂੰ ਪੰਜਾਬ ਦੇ ਲੋਕ ਦੇਣਗੇ। ਅਸੀਂ ਮੰਗ ਕਰਦੇ ਹਾਂ ਕੇਂਦਰ ਦੀ ਸਰਕਾਰ ਤੋਂ ਵੀ ਕਿ ਇਸ ਤਰੀਕੇ ਦੇ ਕੇਸਿਸ ਜਿੱਥੇ ਸਰਕਾਰ ਦੇ ਮੰਤਰੀਆਂ ਦੀ ਸਿੱਧੀ ਸ਼ਮੂਲੀਅਤ ਹੈ, ਕਰਪਸ਼ਨ ਦੇ ਅੰਦਰ, ਲੈਂਡ ਮਾਫੀਆ ਦੇ ਅੰਦਰ, ਨਸ਼ਾ ਮਾਫੀਆ ਦੇ ਅੰਦਰ ਤੇ ਹਰ ਕਿਸਮ ਦੇ ਮਾਫੀਆ ਦੇ ਅੰਦਰ, ਇਹਨਾਂ ਦੀ ਹਾਈ ਲੈਵਲ ਦੀ ਜਾਂਚ ਹੋਣੀ ਚਾਹੀਦੀ ਹੈ। ਤੇ ਜਦ ਤੱਕ ਜਾਂਚ ਨਹੀਂ ਹੁੰਦੀ, ਬਲਬੀਰ ਸਿੰਘ ਸਿੱਧੂ ਜੀ ਨੂੰ ਜੇ ਜਰਾ ਜੀ ਵੀ ਗੈਰਤ ਹੈ ਤੇ ਉਹ ਇਮੀਡੀਏਟਲੀ ਆਪਣਾ ਅਸਤੀਫਾ ਦੇਣ। ਬਾਕੀ ਪੰਜਾਬ ਦੇ ਲੋਕ ਸੋਚ ਸਮਝ ਕੇ ਫੈਸਲਾ ਕਰਨ ਕਿ ਉਹਨਾਂ ਨੇ ਲੈਂਡ ਮਾਫੀਆ ਨੂੰ ਸਪੋਰਟ ਕਰਨਾ ਹੈ ਜਾਂ ਲੈਂਡ ਮਾਫੀਆ ਨੂੰ ਆਪਣਾ ਇੱਕ ਸਬਕ ਦੇਣਾ ਹੈ। ਇਹ ਕੋਰਟ ਦੇ ਆਰਡਰ ਦੀ ਕਾਫੀ ਅਸੀਂ ਤੁਹਾਨੂੰ ਸਾਰਿਆਂ ਨੂੰ ਵੀ ਪ੍ਰੋਵਾਈਡ ਕਰਾਉਣ ਲੱਗੇ ਹਾਂ। ਤੁਸੀਂ ਇਹਨੂੰ ਲੈ ਕੇ ਤੇ ਇਹਦੀ ਚੰਗੀ ਤਰ੍ਹਾਂ ਤਫਤੀਸ਼ ਕਰਕੇ ਤੇ ਉਹਨਾਂ ਤੋਂ ਵੀ ਸਵਾਲ ਪੁੱਛ ਸਕਦੇ ਹੋ। ਬਹੁਤ ਮਿਹਰਬਾਨੀ। ਹਾਂਜੀ, ਆਰਡਰ ਕਿਸ ਡੇਟ ਤੇ? ਆਰਡਰ 2 ਫਰਵਰੀ ਇਸੀ ਮਹੀਨੇ ਦੇ ਹੁਣ ਤੋਂ ਲਗਭਗ 9 ਦਿਨ ਪਹਿਲਾਂ ਦੇ ਆਰਡਰ ਨੇ ਤੇ ਚੰਡੀਗੜ੍ਹ ਦੀ ਜੋ ਹਾਈ ਕੋਰਟ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਉਸ ਦੇ ਆਰਡਰ ਨੇ। ਲੋਕੇਸ਼ਨ ਇਹਦੀ ਦਰੜੀ ਪਿੰਡ ਹੈਗਾ, SAS ਨਗਰ ਮੋਹਾਲੀ ਦੇ ਵਿੱਚ, ਤੇ ਜੋ ਜ਼ਮੀਨ ਹੈ ਉਹਦੀ ਲੋਕੇਸ਼ਨ ਏਅਰਪੋਰਟ ਰੋਡ ਦੇ ਉੱਤੇ ਹੈ। 200 ਫੁੱਟ ਜਿਹਦਾ ਫਰੰਟ ਲੱਗਦਾ ਸੀ ਪਲਾਟ ਦਾ, ਉਹ ਲੈ ਲਿਆ ਗਿਆ ਪੰਚਾਇਤ ਤੋਂ ਤੇ ਪਿੱਛੇ ਕੋਈ ਗੰਦੇ ਨਾਲੀ ਦੀ ਜ਼ਮੀਨ ਕੁਝ ਲੱਖ ਰੁਪਏ ਭਾਅ ਜਿਹਦਾ ਸੀਗਾ ਉਹਦੇ ਬਦਲੇ ਦੇ ਦਿੱਤੀ ਗਈ। ਮਤਲਬ ਲੱਖਾਂ ਦੀ ਜ਼ਮੀਨ ਲੈ ਕੇ ਲੱਖਾਂ ਦੀ ਜ਼ਮੀਨ ਦੇ ਕੇ ਬਦਲੇ 'ਚ ਕਰੋੜਾਂ ਦੀ ਜ਼ਮੀਨ ਲੈ ਲਈ ਗਈ। ਪੰਚਾਇਤ ਦਾ ਜੋ ਰੈਜ਼ੋਲੂਸ਼ਨ ਹੈ ਉਹ ਵੀ ਹਾਈ ਕੋਰਟ ਦੇ ਸੋਟ ਨਾਲ ਰੱਦ ਹੋ ਜਾਂਦਾ ਤੇ ਸਿੱਧੇ ਤੌਰ ਤੇ ਪ੍ਰਮਾਣ ਹੈ ਕਰਪਸ਼ਨ ਦੇ, ਖੁੱਲ੍ਹੇ ਕਰਪਸ਼ਨ ਦੇ। ਸਰਕਾਰ ਦੇ ਜੋ ਆਪ ਮੰਤਰੀ ਨੇ ਉਹ ਆਪ ਕਰਪਸ਼ਨ ਕਰਨਗੇ, ਜਿਨ੍ਹਾਂ ਦਾ ਫਰਜ਼ ਹੈ ਕਰਪਸ਼ਨ ਨੂੰ ਰੋਕਣਾ, ਉਹ ਆਪ ਹੀ ਮਾਫੀਆ ਬਣੇ ਬੈਠੇ ਨੇ ਤੇ ਬਾਕੀ ਪੰਜਾਬ ਦੇ ਲੋਕ ਆਪਣਾ ਫੈਸਲਾ ਸੋਚ ਸਮਝ ਕੇ ਲੈਣ। ਬਾਇਰ ਸੈਲਰ ਉਹ ਖੁਦ ਗ੍ਰਾਮ ਪੰਚਾਇਤ ਨੂੰ ਪਹਿਲਾਂ ਤੇ ਲੈਂਡ ਦਿੱਤੀ ਗਈ, ਉਸ ਤੋਂ ਬਾਅਦ ਐਕਸਚੇਂਜ ਕਰ ਦਿੱਤੀ ਗਈ। ਇੱਕ ਕੋੜੀਆਂ ਦੇ ਮੁੱਲ ਦੀ ਲੈਂਡ ਗ੍ਰਾਮ ਪੰਚਾਇਤ ਨੂੰ ਦੇ ਕੇ ਤੇ ਕਰੋੜਾਂ ਰੁਪਏ ਦੇ ਮੁੱਲ ਦੀ ਲੈਂਡ ਗ੍ਰਾਮ ਪੰਚਾਇਤ ਵਿੱਚ, ਬਿਲਕੁਲ ਪ੍ਰਾਈਵੇਟ ਕੰਪਨੀ ਹੈ, ਦਾ ਨਾਂ ਹੈਗਾ ਲੈਂਚੈਸਟਰ ਇੰਫਰਾਸਟ੍ਰਕਚਰ ਐਸੋਸੀਏਸ਼ਨ, ਜੋ ਅਮਰਜੀਤ ਸਿੰਘ ਜੀਤੀ ਜੋ ਕਿ ਸਕੇ ਭਰਾ ਨੇ ਬਲਬੀਰ ਸਿੰਘ ਸਿੱਧੂ ਜੀ ਦੇ, ਉਹਨਾਂ ਦੇ ਨਾਂ ਤੇ ਹੈਗੀ ਤੇ ਪ੍ਰਾਈਵੇਟ ਕੰਪਨੀ ਨਾਲ ਡੀਲ ਹੋਈ ਹੈ। ਗ੍ਰਾਮ ਪੰਚਾਇਤ ਵਿੱਚ ਮਤਾ ਪਾਸ ਹੋਇਆ ਕਿ ਆਪਾਂ ਗ੍ਰਾਮ ਪੰਚਾਇਤ ਆਹ ਵਾਲੀ ਜ਼ਮੀਨ ਇਹਨਾਂ ਤੋਂ ਲੈ ਰਹੀ ਹੈ ਤੇ ਆਹ ਵਾਲੀ ਜ਼ਮੀਨ ਦੇ ਰਹੀ ਹੈ। ਉਸ ਦੇ ਵਿਰੋਧ ਵਿੱਚ ਪਿੰਡ ਦੇ ਕੁਝ ਲੋਕ ਹਾਈ ਕੋਰਟ ਵਿੱਚ ਗਏ, ਜਿਨ੍ਹਾਂ ਨੇ ਕਿਹਾ ਵੀ ਇਸ ਮਤੇ ਨਾਲ ਪਿੰਡ ਦਾ ਨੁਕਸਾਨ ਹੋਇਆ ਹੈ। ਉਸ ਸਾਰੀ ਚੀਜ਼ ਦੇ ਉੱਤੇ ਗੌਰ ਕਰਦੇ ਹੋਏ, ਤੱਥਾਂ ਦੇ ਉੱਤੇ ਵਿਚਾਰ ਕਰਦੇ ਹੋਏ ਹਾਈ ਕੋਰਟ ਨੇ 2 ਫਰਵਰੀ ਨੂੰ ਇਹ ਫੈਸਲਾ ਦਿੱਤਾ ਹੈਗਾ। ਇਹਦੇ ਵਿੱਚ ਨਾਂ ਲਿਖਿਆ ਹੋਇਆ ਹੈ ਕਿ ਬਲਬੀਰ ਸਿੰਘ ਸਿੱਧੂ ਜੀ ਦੇ ਸਕੇ ਭਰਾ। ਹਾਂਜੀ, ਮੈਂ ਉਹ ਤੁਹਾਨੂੰ ਪੜ੍ਹ ਕੇ ਵੀ ਦੱਸ ਦਿੰਦਾ। इस कोर्ट के ऑर्डर में साफ लिखा है द ग्राम पंचायत पास्ट
resolution annexure page 3 and page 4 just to help respondent number 9 who is a private developer, ਇਹ ਉਹਨਾਂ ਦੀ ਗੱਲ ਹੋ ਰਹੀ ਹੈ, private developer having partnership with the real brother of sitting cabinet minister of Punjab, ਜੋ ਹੈ ਲੈਂਚੈਸਟਰ ਐਸੋਸੀਏਟਸ ਹੈਗੀ, ਇਹਦੇ ਵਿੱਚ ਪਾਰਟਨਰਸ਼ਿਪ ਹੈ ਬਲਬੀਰ ਸਿੰਘ ਸਿੱਧੂ ਜੀ ਦੀ, ਸਿੱਧੇ ਤੌਰ ਤੇ ਇਸ ਆਰਡਰ ਵਿੱਚ ਲਿਖਿਆ ਹੋਇਆ। ਇਸ ਤੋਂ ਵੱਡੇ ਕੀ ਪ੍ਰਮਾਣ ਸਿੱਖਦੇ ਨੇ? ਜਿਸ ਸਰਕਾਰ ਨੂੰ ਲੋਕੀ ਚੁਣਦੇ ਨੇ ਵੀ ਇਹ ਸਾਡੀ ਡਿਵੈਲਪਮੈਂਟ ਕਰੇਗੀ, ਸਾਡੀ ਭਲਾਈ ਕਰੂਗੀ, ਕਿਸੇ ਤਰੀਕੇ ਸਾਨੂੰ ਫਾਇਦਾ ਕਰੂਗੀ, ਉਹੀ ਸਰਕਾਰ ਲੋਕਾਂ ਦੇ ਹੱਕ ਖੋਣ ਤੇ ਲੱਗੀ ਹੋਈ ਹੈ ਤੇ ਹੁਣ ਲੋਕ ਆਪ ਸੋਚ ਸਮਝ ਕੇ ਆਪਣਾ ਫੈਸਲਾ ਲੈਣ। अच्छा, अभी जो चुनाव चल रहे हैं उसमें कांग्रेस के ऊपर रोक लग रहे हैं कि वो धक्का कहीं कर रहे हैं, कई इंसिडेंट भी हो रहे हैं, इस पे आपका क्या है? ਆਪਾਂ ਬਿਲਕੁਲ ਸੁਣਿਆ ਸੀਗਾ ਜੀ ਧੱਕੇਸ਼ਾਹੀ ਹੁੰਦੀ ਹੈ, ਆਪਾਂ ਬਿਲਕੁਲ ਸੁਣਿਆ ਸੀ ਧੱਕੇਸ਼ਾਹੀ ਹੁੰਦੀ ਹੈ ਨਗਰ ਨਿਗਮ ਦੀ ਚੋਣਾਂ ਦੇ ਅੰਦਰ, ਪਰ ਜਿਸ ਤਰੀਕੇ ਆਪਾਂ ਇਸ ਵਾਰ ਵੇਖਿਆ ਹੈ, ਪਿਛਲੇ ਸਾਰੇ ਰਿਕਾਰਡ ਕਾਂਗਰਸ ਦੀ ਮੌਜੂਦਾ ਸਰਕਾਰ ਨੇ ਤੋੜ ਦਿੱਤੇ ਨੇ। ਸਰੇਆਮ ਨੋਮੀਨੇਸ਼ਨ ਦੇ ਵੇਲੇ ਸਾਡੇ ਉਮੀਦਵਾਰਾਂ ਦੇ ਪਰਚੇ ਪਾੜ ਦਿੱਤੇ ਗਏ, ਸਾੜ ਦਿੱਤੇ ਗਏ, ਸਾਡੇ ਨੋਮੀਨੇਸ਼ਨ ਕਰਨ ਤੱਕ ਨਹੀਂ ਦਿੱਤਾ ਗਿਆ, ਉਮੀਦਵਾਰਾਂ ਨੂੰ ਚੱਕ ਕੇ ਲੈ ਕੇ ਕਿਡਨੈਪ ਕਰ ਲਿਆ। ਸਭ ਕੁਝ ਹੋਣ ਦੇ ਬਾਵਜੂਦ, ਸਰੇਆਮ ਹੋਣ ਦੇ ਬਾਵਜੂਦ ਪੁਲਿਸ ਨੂੰ ਕੰਪਲੇਂਟ ਕੀਤੀ, ਪੁਲਿਸ ਮਹਿਕਮੇ ਦੀ ਜੋ ਸੁਸਤੀ ਰਹੀ ਕਾਰਵਾਈ ਕਰਨ ਵਿੱਚ, ਸਟੇਟ ਇਲੈਕਸ਼ਨ ਕਮਿਸ਼ਨ ਦੀ ਜੋ ਸੁਸਤੀ ਰਹੀ ਕਾਰਵਾਈ ਵਿੱਚ, ਤੇ ਮੁੱਖ ਮੰਤਰੀ ਸਾਹਿਬ ਜੋ ਅੱਖਾਂ ਬੰਦ ਕਰਕੇ ਬੈਠੇ ਰਹੇ, ਉਹਦੇ ਨਾਲ ਸਾਫ਼ ਦਿਸਦਾ ਹੈ ਕਿ ਪਿਛਲੇ 4 ਸਾਲਾਂ 'ਚ ਕਾਂਗਰਸ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਜੇ ਕੰਮ ਕੀਤਾ ਹੁੰਦਾ ਤੇ ਹਿੱਕ ਦੇ ਜੋੜ ਤੇ ਕਹਿ ਸਕਦੇ ਸੀ, ਜਿੱਦਾਂ ਆਪਾਂ ਦਿੱਲੀ ਵਿੱਚ ਕਿਹਾ, ਜੇ ਕੰਮ ਕੀਤਾ ਤਾਂ ਵੋਟਾਂ ਪਾਇਓ, ਜੇ ਕੰਮ ਨਹੀਂ ਕੀਤਾ ਤੇ ਵੋਟਾਂ ਨਾ ਪਾਇਓ। ਇਹ ਸਾਰੀ ਚੀਜ਼ ਦਿਸਦੀ ਹੈ ਕਿ ਕੋਈ ਕੰਮ ਨਹੀਂ ਕੀਤਾ ਤੇ ਸਾਹਮਣੇ ਕੋਈ ਸਟਰੋਂਗ ਕੈਂਡੀਡੇਟ ਨਾ ਆ ਜੇ, ਇਸ ਕਰਕੇ ਉਹਨਾਂ ਦੇ ਪਰਚੇ ਹੀ ਦਾਖਲ ਨਾ ਹੋਣ ਦਿਓ। ਡੈਮੋਕ੍ਰੇਸੀ ਵਿੱਚ ਲੋਕਤੰਤਰ ਦਾ ਗਲਾ ਘੋਟਣ ਦਾ ਇਸ ਤੋਂ ਵੱਡਾ ਪ੍ਰਮਾਣ ਕੋਈ नहीं हो सकता। इसी के साथ ये सवाल है कि भारतीय जनता पार्टी का जो विरोध हो रहा है जगह जगह पे, उस पर आपका क्या कहना है? किसान आंदोलन के कारण वो काफी नाराज है। ਬਿਲਕੁਲ ਵਿਰੋਧ ਦੀ ਵਜ੍ਹਾ ਇਸ ਟਾਈਮ ਜਗ ਜ਼ਾਹਰ ਹੈ। ਪੰਜਾਬ ਦੇ ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਪ੍ਰੋਟੈਸਟ ਕਰ ਰਹੇ ਨੇ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਹੁਣ ਪੰਜਾਬ ਹੀ ਨਹੀਂ, ਨਾਲ ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਹੋਰ ਸੂਬਿਆਂ ਦੇ ਕਿਸਾਨ ਵੀ ਉਹਨਾਂ ਦੀ ਸਪੋਰਟ ਵਿੱਚ ਨੇ। ਸਪੋਰਟ ਵਿੱਚ ਮੈਂ ਕਹਿੰਦਾ ਭਾਰਤ ਦੇ ਨਾਲ ਨਾਲ ਦੁਨੀਆ ਦੇ ਅਲੱਗ-ਅਲੱਗ ਕੰਟਰੀਜ਼ ਦੇ ਵੱਡੇ ਨਾਂ ਇਹਦੇ ਨਾਲ ਜੁੜੇ ਨੇ, ਜੋ ਕਿਸਾਨਾਂ ਦੀ ਹਮਾਇਤ ਕਰ ਰਹੇ ਨੇ ਤੇ ਕਹਿੰਦੇ ਨੇ, ਮੰਨਦੇ ਨੇ ਇਸ ਗੱਲ ਨੂੰ ਵੀ ਇਹਨਾਂ ਦੀ ਮੰਗਾਂ ਜਾਇਜ਼ ਨੇ। ਤੇ ਜੋ ਇਹ ਹਾਲਾਤ ਹੈ ਸਾਰੇ ਜਾਣਦੇ ਆ, ਇਹਦੇ ਪਿੱਛੇ ਬੀਜੇਪੀ ਦੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਤੇ ਬੀਜੇਪੀ ਦੇ ਉਮੀਦਵਾਰਾਂ ਜੀ ਦੇ ਖਿਲਾਫਤ ਹੁੰਦੀ ਹੈ ਤੇ ਉਹ ਬਹੁਤ ਹੀ ਨੈਚੁਰਲ ਜਿਹਾ ਰਿਐਕਸ਼ਨ ਹੈਗਾ ਕਿਸਾਨਾਂ ਵੱਲੋਂ। ਹਰ ਦਿਨ ਉੱਥੇ ਸਾਡੇ 2-3 ਕਿਸਾਨ ਸਾਥੀ ਉਸ ਪ੍ਰੋਟੈਸਟ ਦੇ ਚੱਲਦੇ ਸ਼ਹੀਦ ਹੁੰਦੇ ਨੇ ਤੇ ਰਿਐਕਸ਼ਨ ਆਉਣਾ ਤੇ ਲਾਜ਼ਮੀ ਹੈ। ਤੇ ਮੈਨੂੰ ਲੱਗਦਾ ਬਹੁਤ ਜਾਇਜ਼ ਹੈ ਜਿੰਨੀ ਛੇਤੀ ਬੀਜੇਪੀ ਦੀ ਕੇਂਦਰ ਸਰਕਾਰ ਇਸ ਚੀਜ਼ ਨੂੰ ਸਮਝ ਲਵੇ ਕਿ ਕਿਸਾਨਾਂ ਦੇ ਖਿਲਾਫ ਜਿਹੜੇ 3 ਕਾਲੇ ਕਾਨੂੰਨ ਬਣੇ ਨੇ ਉਹ ਬਹੁਤ ਹੀ ਘਾਤਕ ਨੇ, ਕਿਸਾਨਾਂ ਨੂੰ ਮਾਰਨ ਵਾਲੇ ਨੇ, ਕਿਸਾਨਾਂ ਦੇ ਡੈਥ ਵਾਰੰਟ ਨੇ ਤੇ ਜਿੰਨੀ ਛੇਤੀ ਵਾਪਸ ਲਵੇ ਕਾਲੇ ਕਾਨੂੰਨਾਂ ਨੂੰ, ਉਹਨਾਂ ਦੇਸ਼ ਦੀ ਬਿਹਤਰੀ ਹੈ। ਪਰ ਲਗਾਤਾਰ ਇਹਨਾਂ ਦਾ ਜਿਹੜੇ ਮੋਦੀ ਸਾਹਿਬ ਹੈਗੇ ਲਗਾਤਾਰ ਪਾਰਲੀਮੈਂਟ ਦੇ ਵਿੱਚ ਵੀ ਕਾਨੂੰਨ ਜਿਹੜੇ ਹੈਗੇ ਦੱਸ ਰਹੇ ਸਹੀ ਹੈਗੇ ਉਹ ਸੰਸ਼ੋਧਨ ਕਰਨ ਦੀ ਗੱਲ ਕਰ ਰਹੇ ਆ। 11 ਵਾਰ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ। ਦੋਗਲਾਨੀ ਹੈ ਤੇ ਕਈ ਸਾਰੇ ਚਿਹਰੇ ਨੇ ਬੀਜੇਪੀ ਦੇ ਜੋ ਲਗਾਤਾਰ ਸਾਹਮਣੇ ਆ ਰਹੇ ਨੇ। ਪ੍ਰਧਾਨ ਮੰਤਰੀ ਸਾਹਿਬ ਵੀ 4 ਦਿਨ ਪਹਿਲਾਂ ਇੱਕ ਪਾਸੇ ਦੇ ਸਿੱਖਾਂ ਦੀ ਕੁਰਬਾਨੀਆਂ ਗਿਣਾ ਰਹੇ ਸੀ ਸੰਸਦ ਦੇ ਵਿੱਚ ਹੀ, ਇੱਕ ਪਾਸੇ ਕਦੀ ਖੇਤੀ ਬਿੱਲ ਦੇ ਫਾਇਦੇ ਗਿਣਾਉਂਦੇ ਨੇ, ਫਿਰ ਕਹਿ ਦਿੰਦੇ ਨੇ ਜੀ ਮੈਂ ਤੇ ਕਿਸਾਨਾਂ ਤੋਂ ਇੱਕ ਫੋਨ ਦੀ ਦੂਰੀ ਤੇ ਹਾਂ, ਮੈਂ ਤੇ ਹਮੇਸ਼ਾ ਡਾਇਲੋਗ ਕਰਨ ਨੂੰ ਤਿਆਰ ਹਾਂ। 11 ਮੀਟਿੰਗਸ ਹੋ ਗਈਆਂ, ਕਿਸਾਨ ਆਗੂਆਂ ਵੱਲੋਂ ਵੀ ਖੁੱਲ੍ਹੇ ਤੌਰ ਤੇ ਕਿਹਾ ਗਿਆ ਵੀ ਸਾਨੂੰ ਸਾਈਡ ਤੇ ਆ ਕੇ ਕਹਿ ਦਿੰਦੇ ਨੇ ਕ੍ਰਿਸ਼ੀ ਮੰਤਰੀ ਤੁਹਾਡੀ ਗੱਲ ਮੰਨਣ ਨੂੰ ਰਾਜ਼ੀ ਆ, ਸੋਧ ਕਰਨ ਨੂੰ ਰਾਜ਼ੀ ਆ, ਅਸੀਂ ਮੰਨਦੇ ਹਾਂ ਇਸ ਕਾਨੂੰਨ ਵਿੱਚ ਕਾਫੀ ਖਾਮੀਆਂ ਨੇ, ਅਸੀਂ ਠੀਕ ਕਰਨ ਨੂੰ ਤਿਆਰ ਹਾਂ। ਪਰ ਮੋਦੀ ਸਾਹਿਬ ਆਪਣਾ ਹੰਕਾਰ ਨਹੀਂ ਛੱਡ ਰਹੇ, ਉਹਨਾਂ ਦੇ ਹੰਕਾਰ ਦੇ ਕਰਕੇ ਦੇਸ਼ ਦਾ ਜੋ ਖਾਮਿਆਜ਼ਾ ਹੋ ਰਿਹਾ ਹੈ ਉਹਦੀ ਭਰਪਾਈ ਨਹੀਂ ਹੋ ਸਕਦੀ। ਫਿਰ ਅਸੀਂ ਆਹੀ ਬੇਨਤੀ ਕਰਦੇ ਹਾਂ ਮੋਦੀ ਸਾਹਿਬ ਨੂੰ ਕਿ ਦੇਸ਼ ਨੇ ਬੜੀ ਆਸ ਨਾਲ ਤੁਹਾਨੂੰ ਚੁਣਿਆ ਸੀ, ਕਿਰਪਾ ਕਰਕੇ ਦੇਸ਼ ਦੇ ਦੁਸ਼ਮਣ ਨਾ ਬਣੋ। ਹਰ ਦਿਨ ਬਹੁਤ ਨੁਕਸਾਨ ਹੋ ਰਿਹਾ, ਸਾਡੇ ਕਿਸਾਨ ਹਰ ਦਿਨ ਸ਼ਹੀਦ ਹੋ ਰਹੇ ਨੇ ਤੇ ਕਿਰਪਾ ਕਰਕੇ ਆਪਣੀ ਅੜੀ ਛੱਡ ਕੇ ਤੇ ਜਿੰਨੀ ਛੇਤੀ ਹੁੰਦਾ ਕਾਲੇ ਖੇਤੀ ਕਾਨੂੰਨ ਵਾਪਸ ਲਓ। ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ, ਮੈਨੂੰ ਯਾਦ ਹੈ 25 ਨਵੰਬਰ ਦਾ ਦਿਨ, ਜਦੋਂ ਕੇਂਦਰ ਸਰਕਾਰ ਦੀ ਦਿੱਲੀ ਪੁਲਿਸ ਵੱਲੋਂ ਦਿੱਲੀ ਸਰਕਾਰ ਨੂੰ ਚਿੱਠੀ ਲਿਖੀ ਗਈ ਤੇ ਕਿਹਾ ਗਿਆ ਵੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਆ ਰਹੇ ਆ, ਦਿੱਲੀ ਸਰਕਾਰ ਦੇ ਕੋਲ ਜਿਹੜੇ 9 ਵੱਡੇ ਸਟੇਡੀਅਮ ਹੈ, ਸਾਨੂੰ ਉਹਨਾਂ ਨੂੰ ਜੇਲ੍ਹ ਬਣਵਾਉਣ ਦੀ ਪਰਮਿਸ਼ਨ ਦਿਓ ਤਾਂ ਕਿ ਆਪਾਂ ਕਿਸਾਨਾਂ ਨੂੰ ਉੱਥੇ ਬੰਦ ਕਰ ਦਈਏ ਤੇ ਇੱਦਾਂ ਦਾ ਕੋਈ ਐਜੀਟੇਸ਼ਨ ਹੋ ਹੀ ਨਾ ਸਕੇ। ਦਿੱਲੀ ਸਰਕਾਰ ਨੇ ਲਿਖਤੀ ਤੌਰ ਤੇ ਮਨਾ ਕੀਤਾ ਕਿ ਕਿਸਾਨਾਂ ਦੀ ਮੰਗਾਂ ਜਾਇਜ਼ ਨੇ, ਅਸੀਂ ਇਹਨਾਂ ਦੇ ਨਾਲ ਖੜਿਆ ਤੇ ਸਾਡਾ ਕਨਸਟੀਟਿਊਸ਼ਨ ਕਹਿੰਦਾ ਕੋਈ ਵੀ ਪੀਸਫੁਲ ਪ੍ਰੋਟੈਸਟ ਕਰ ਸਕਦਾ ਹੈ, ਇਸ ਕਰਕੇ ਉਹ ਪਰਮਿਸ਼ਨ ਨੂੰ ਸਿਰੇ ਤੋਂ ਖਾਰਜ ਕੀਤਾ। ਉਸ ਤੋਂ ਬਾਅਦ ਅੱਜ ਤੱਕ ਭਾਵੇਂ ਉੱਥੇ ਸੇਵਾਦਾਰ ਦੇ ਤੌਰ ਤੇ ਟਾਇਲਟ ਵੈਨ ਚਲਾਉਣੀਆਂ ਸੀਗੀਆਂ, ਉਹਨਾਂ ਵਾਸਤੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਲੰਗਰ ਦਾ ਪ੍ਰਬੰਧ ਕਰਨਾ ਸੀ, ਡਾਕਟਰ ਦੀ ਮੈਡੀਕਲ ਫੈਸਿਲਿਟੀ ਦੇਣੀਆਂ ਸੀਗੀਆਂ, ਰਹਿਣ ਦਾ ਪ੍ਰਬੰਧ ਕਰਨਾ ਸੀ, ਵਾਈਫਾਈ ਦੀ ਫੈਸਿਲਿਟੀ ਦੇਣੀ ਸੀ। ਹਰ ਮੁਮਕਿਨ ਕੋਸ਼ਿਸ਼ ਆਦਮੀ ਪਾਰਟੀ ਦੇ ਤੌਰ ਤੇ ਦਿੱਲੀ ਸਰਕਾਰ
ਅਰਵਿੰਦ ਕੇਜਰੀਵਾਲ ਜੀ ਵੱਲੋਂ ਤੇ ਸਾਰੀ ਆਮ ਆਦਮੀ ਪਾਰਟੀ ਵੱਲੋਂ ਸੇਵਾਦਾਰ ਦੇ ਤੌਰ ਤੇ ਉਸ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਆਪਾਂ ਦਿੱਤੀ ਹੈ। ਜਿਵੇਂ ਕਿਸਾਨਾਂ ਨੇ ਆਪਣੇ ਤੌਰ ਦੇ ਉੱਪਰ ਕੁਝ ਵਕੀਲਾਂ ਦੀ ਟੀਮ ਬਣਾਈ ਹੈ ਜਾਂ ਕੋਈ ਆਜ਼ਾਦ ਕੋਈ ਜਿੱਦਾਂ ਵਕੀਲ ਆ ਉਸੇ ਵਾਲੇ ਤੌਰ ਤੇ ਅੱਗੇ ਆਇਆ, ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਇੱਦਾਂ ਦੀ ਟੀਮ, ਕਿਉਂਕਿ ਤੁਸੀਂ ਦਿੱਲੀ ਦੇ ਵਿੱਚ ਬਿਲਕੁਲ ਸਾਡੇ ਕਈ ਸਾਰੇ ਕਿਸਾਨ ਆਗੂ ਤੇ ਉਹਨਾਂ ਦੇ ਨਾਲ ਇੱਕ ਇਹਨਾਂ ਨੇ ਲੀਗਲ ਫੋਰਮ ਬਣਾਇਆ ਫਾਰਮਰਸ ਦਾ, ਉਹ ਅਰਵਿੰਦ ਕੇਜਰੀਵਾਲ ਜੀ ਨੂੰ ਮਿਲੇ ਵੀ ਨੇ ਪਿਛਲੇ ਦਿਨਾਂ 'ਚ। ਤੇ ਆਪਾਂ ਵੀ ਜੋ ਦਿੱਲੀ ਸਰਕਾਰ ਦੇ ਦਾਇਰੇ ਵਿੱਚ ਚੀਜ਼ਾਂ ਆਉਂਦੀਆਂ ਨੇ, ਜਿੱਦਾਂ ਜੇਲ੍ਹ ਪ੍ਰਸ਼ਾਸਨ ਹੈਗਾ, ਕਿਸਾਨ ਆਗੂ ਸੀ ਨਾਲ ਉਹਨਾਂ ਦੇ ਕੁਝ ਜਿਹੜਾ ਉਹਨਾਂ ਦਾ ਲੀਗਲ ਵਿੰਗ ਬਣਿਆ ਉਹਦੇ ਵਿੱਚੋਂ ਲੋਕ ਸੀ। ਹਾਂਜੀ, ਵਕੀਲਾਂ ਦਾ ਜੋ ਫਾਰਮਰਸ ਯੂਨੀਅਨਸ ਨੇ, ਆਪਣੀ ਜਥੇਬੰਦੀਆਂ ਨੇ, ਇਹਨਾਂ ਵੱਲੋਂ ਇੱਕ ਲੀਗਲ ਫੋਰਮ ਬਣਿਆ, ਉਹਨਾਂ ਦੇ ਕੁਝ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਮਿਲੇ ਨੇ। ਤੇ ਜੋ ਵੀ ਦਿੱਲੀ ਸਰਕਾਰ ਦੇ ਦਾਇਰੇ 'ਚ ਆਉਂਦਾ, ਆਪਾਂ ਸਾਰੀ ਕੋਸ਼ਿਸ਼ਾਂ ਕਰ ਰਹੇ ਹਾਂ ਇਸ ਮੁਹਿੰਮ ਨੂੰ ਮਜ਼ਬੂਤ ਕੀਤਾ ਜਾਵੇ ਤੇ ਜਿਹੜੇ ਨਿਰਦੋਸ਼ ਲੋਕਾਂ ਨੂੰ ਫੜਿਆ ਗਿਆ ਉਹਨਾਂ ਨੂੰ ਛੇਤੀ ਜ਼ਮਾਨਤ ਕਰਾਈ ਜਾਵੇ। ਜ਼ਮਾਨਤ ਤੋਂ ਬਾਅਦ ਟ੍ਰਾਇਲ ਵਿੱਚ ਵੀ ਜਿੱਥੇ ਸਾਡੇ ਤੋਂ ਮੁਮਕਿਨ ਜੋ ਵੀ ਕੋਸ਼ਿਸ਼ ਹੋ ਸਕੇਗੀ ਆਪਾਂ ਹਰ ਕੋਸ਼ਿਸ਼ ਕਰਾਂਗੇ। ਪਤਾ ਲੱਗੀ ਹੈ ਕਿ ਕਿੰਨੇ ਨੌਜਵਾਨ, ਕਿਉਂਕਿ ਕਈ ਦਾ ਲੱਭ ਹੀ ਨਹੀਂ ਰਹੇ, ਕਈਆਂ ਦਾ ਨਹੀਂ ਪਤਾ ਲੱਗ ਰਿਹਾ ਹੈ। ਹਾਂ, ਕਈ ਸਾਰੇ ਲੱਗ ਵੀ ਗਏ ਨੇ, ਹਰ ਦਿਨ ਇਹਦੇ 'ਚ ਪ੍ਰੋਗਰੈਸ ਹੋ ਰਹੀ ਹੈ। ਬਹੁਤ ਵੱਡੀ ਟੀਮ ਕਿਸਾਨ ਜਥੇਬੰਦੀਆਂ ਤੋਂ ਲੈ ਕੇ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਮੈਨੂੰ ਲੱਗਦਾ ਹੈ ਕਾਫੀ ਹੱਦ ਤੱਕ ਇੱਕ ਕਰੈਕਟ ਲਿਸਟ ਸਾਡੇ ਸਾਹਮਣੇ ਆ ਗਈ ਹੈ। ਪਰ ਫਿਰ ਵੀ ਜੋ ਮੇਨ ਮਸਲਾ ਹੈ ਕਾਲੇ ਖੇਤੀ ਕਾਨੂੰਨਾਂ ਦਾ, ਉਹ ਜਦ ਤੱਕ ਰੱਦ ਨਹੀਂ ਹੁੰਦੇ ਤਦ ਤੱਕ ਅੰਦੋਲਨ ਚੱਲਦਾ ਰਹੇਗਾ ਤੇ ਇਹਨੂੰ ਮਜ਼ਬੂਤ ਕਰਨ ਲਈ ਆਪਾਂ ਹਰ ਕੋਸ਼ਿਸ਼ ਕਰਦੇ ਰਹਾਂਗੇ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿਸਾਨਾਂ ਦੇ ਨਾਲ ਹੋ, ਪਰ ਕਾਂਗਰਸ ਨੇ ਕੁਝ ਦਿਨ ਪਹਿਲਾਂ ਇੱਥੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ 26 ਜਨਵਰੀ ਨੂੰ ਜਦੋਂ ਬੈਰੀਕੇਡਸ ਲਗਾਏ ਗਏ, ਬੱਸਾਂ ਦਿੱਤੀਆਂ ਗਈਆਂ ਡੀਟੀਸੀ ਦੀਆਂ, ਜਿਹੜੀ ਕਿ ਤੁਹਾਡੀ ਸਰਕਾਰ ਦੇ ਅੰਦਰ, ਦਿੱਲੀ ਸਰਕਾਰ ਦੇ ਅੰਦਰ, ਉਸ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਤੋਂ ਦੂਜੇ ਦਿਨ ਬਾਅਦ ਹੀ ਬੱਸਾਂ ਵਾਪਸ ਲੈ ਲਈਆਂ, ਪਹਿਲਾਂ ਕਿਉਂ ਦਿੱਤੀਆਂ ਗਈਆਂ? ਕਾਂਗਰਸ ਆਪਣੀ ਜ਼ਮੀਨ ਖੋ ਗਈ ਹੈ ਤੇ ਤੁਸੀਂ ਜਿਨ੍ਹਾਂ ਦੀ ਗੱਲ ਕਰਦੇ ਹੋ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਹਾਈ ਪਾਵਰ ਕਮੇਟੀ ਵਿੱਚ ਜਾ ਕੇ ਤੇ ਕਾਲੇ ਖੇਤੀ ਕਾਨੂੰਨਾਂ ਨੂੰ ਪ੍ਰਵਾਨਗੀ ਦਿੱਤੀ ਸੀ। ਜੇ ਉਸ ਟਾਈਮ ਕਾਂਗਰਸ ਦੀ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਇਹਦਾ ਵਿਰੋਧ ਕਰ ਦਿੰਦੇ ਤੇ ਅੱਜ ਸਾਡੇ ਜਿਹੜੇ 200 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ, ਇਹ ਸਥਿਤੀ ਨਹੀਂ ਬਣਨੀ ਸੀ। ਕਿਸਾਨ ਆਪਣੀ ਜ਼ਮੀਨ ਖੋ ਬੈਠੀ ਹੈ। ਰਿਪਲਾਈ ਤਾਂ ਉਹਨਾਂ ਨੇ ਬੱਸਸ ਤੇ ਦਿੱਤਾ। ਨਹੀਂ, ਮੈਂ ਦੱਸ ਰਿਹਾ ਉਹ ਰੂਟੀਨ ਵਿੱਚ ਜਾਂਦੀਆਂ ਸੀ ਤੇ ਡੀਟੀਸੀ ਦੀ ਬੱਸਸ ਵੀ ਜਦੋਂ ਵੇਖਿਆ ਵੀ ਮਿਸਯੂਜ਼ ਕੀਤਾ ਜਾ ਰਿਹਾ ਪੁਲਿਸ ਵੱਲੋਂ ਤੇ ਉਹ ਵਾਪਸ ਲੈ ਲਈਆਂ ਗਈਆਂ ਨੇ। ਹੋਰ ਕੋਈ ਸਵਾਲ ਜੀ? 18 ਨੂੰ ਕਿਸਾਨਾਂ ਨੇ ਰੇਲ ਰੋਕੋ ਦਾ 4 ਘੰਟੇ ਦਾ ਕਿਹਾ, ਉਸ ਨੂੰ ਅਸੀਂ ਬਿਲਕੁਲ ਸਮਰਥਨ ਕਰਦੇ ਹਾਂ। ਮੈਂ ਪਹਿਲਾਂ ਵੀ ਕਹਿ ਬੈਠਾ, ਇਸ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਆਪਾਂ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਖੜੇ ਹਾਂ ਤੇ ਜਦ ਤੱਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਦੇ ਨਾਲ ਖੜੇ ਰਹਾਂਗੇ। ਅੱਛਾ, ਇੱਕ ਗੱਲ ਕੀਤੀ ਜਾਵੇ, ਰਾਘਵ ਚੱਡਾ ਜਦੋਂ ਪਹਿਲਾਂ ਦਿਖਾਏਗਾ ਬਾਰਡਰ ਤੇ ਕਿਸਾਨਾਂ ਦੀ ਸੇਵਾ ਕਰਦੇ ਦਿਖਾਏਗੀ, ਉਸ ਤੋਂ ਬਾਅਦ ਉਹਨਾਂ ਨੂੰ ਸਹਿ ਪਰਿਵਾਰਿਕ ਪੰਜਾਬ ਦਾ ਬਣਾ ਦਿੱਤਾ। ਕੀ ਲੱਗਦਾ ਨਹੀਂ ਪੋਲੀਟੀਕਲ ਸਟੰਟ? ਨਹੀਂ, ਸਟੰਟ ਵਾਲੀ ਕਿਹੜੀ ਗੱਲ ਹੈ? ਪੰਜਾਬ ਜਿੱਤਣਾ ਸਾਡੇ ਵਾਸਤੇ ਬਹੁਤ ਅਹਿਮ ਹੈ ਤੇ ਸਾਡੀ ਪੂਰੀ ਟੀਮ, ਬਹੁਤ ਵੱਡੀ ਟੀਮ ਦੀ ਲੋੜ ਹੁੰਦੀ ਹੈ ਤੇ ਸਾਰੇ ਆਪਣੀ ਆਪਣੀ ਡਿਊਟੀਆਂ ਕਰ ਰਹੇ ਨੇ। ਰਾਘਵ ਚੱਡਾ ਜੀ ਵੀ ਪੰਜਾਬੀ ਨੇ ਤੇ ਸਾਡੇ ਸਭ ਦੀ ਡਿਊਟੀ ਬਣਦੀ ਹੈ ਵੀ ਪੰਜਾਬ 'ਚ ਜੇ ਪਾਰਟੀ ਇੰਨਾ ਵਧੀਆ ਪਰਫਾਰਮ ਕਰਦੀ ਹੈ, ਪੰਜਾਬ ਦੇ ਲੋਕ ਜੇ ਇੰਨਾ ਪਿਆਰ ਕਰਦੇ ਪਾਰਟੀ ਨੂੰ, ਤੇ ਆਪਾਂ ਵੀ ਵੱਧ ਤੋਂ ਵੱਧ ਉੱਥੇ ਧਿਆਨ ਦਈਏ।